सत श्री अकाल जी। द खालस टीवी देख रहे सारे दर्शकों का बहुत बहुत स्वागत है। पंजाब दीयां खास खबरां दे खास ऑडियो बुलेटिन दे विच मैं हरशरण कौर पंजाब दीयां खास खबरां विस्तार विच दस्सण तो पहलां तुहानूं दस दईए कि पंजाब पुलिस ने पंजाब दे विच सिक्स फॉर जस्टिस दे कानूनी सलाहकार गुरपतवंत सिंह पन्नू दे खिलाफ 2 केस दर्ज कीते ने। पहला केस है जिहड़ा दलित सुरक्षा सेना दी शिकायत दे उत्ते दर्ज कीता गया, जिस दे विच उन्हां ने पन्नू दे खिलाफ इल्जाम लाया है कि गुरपतवंत सिंह पन्नू ने दलित भाईचारे दीयां भावनावां नूं भड़काउण वाला काम कीता है। इह जिहड़ियां FIR ने गुरपतवंत सिंह पन्नू ਅਤੇ ਉਹਨਾਂ ਦੇ सिक्स फॉर जस्टिस ਤੇ ਜਿਹੜੇ ਹੋਰ ਸਾਥੀ ਨੇ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ। ਦੂਸਰਾ ਜਿਹੜਾ ਕੇਸ ਹੈ ਉਹ ਇੱਕ ਵੀਡੀਓ ਦੇ ਆਧਾਰ ਤੇ ਦਰਜ ਕੀਤਾ ਗਿਆ। ਉਸ ਵੀਡੀਓ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਭਾਰਤੀ ਤਿਰੰਗੇ ਨੂੰ ਸਾੜਦੇ ਹੋਏ ਦਿਖਾਈ ਦੇ ਰਹੇ ਨੇ। ਇਹ ਕਹਿਣਾ ਹੈ ਪੰਜਾਬ ਪੁਲਿਸ ਦਾ। ਪੰਜਾਬ ਦੀਆਂ ਕਈ ਅਹਿਮ ਖਬਰਾਂ ਜਿਨ੍ਹਾਂ ਦੇ ਵਿੱਚ ਦਲਿਤ ਭਾਈਚਾਰੇ ਦੀ ਹਮਾਇਤ ਦੀ ਗੱਲ ਕੀਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਵੱਡਾ ਆਦੇਸ਼ ਜਾਰੀ ਕੀਤਾ ਗਿਆ। ਇੱਕ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਸੰਕੇਤ ਦਿੱਤੇ ਗਏ ਨੇ ਕਿ ਸਿੱਖਾਂ ਦੇ ਵਿੱਚ ਜਾਤ ਪਾਤ ਦਾ ਜਿਹੜਾ ਪਸਾਰਾ ਹੈ ਉਸ ਨੂੰ रोकिया जाए। पूरी खबर तुहानूं दसांगे। नवजोत सिंह सिद्धू बारे की खबर है वह भी दसांगे। ते पंजाब सरकार तुहाडे सिर दे उत्ते हुण किहड़ा बोझ पाउण जा रही है। पहलां ही पैट्रोल डीजल ते बसां दे किराए दा बोझ लैके तुसीं तुर रहे हो, हुण पंजाब सरकार एक होर बोझ पा रही है। दस दईए कि पंजाब दे विच कोविड-19 दे की हालात ने। 2 जुलाई नूं पंजाब दे विच 3 मौतां दर्ज कीतीआं गईआं। अमृतसर, बठिंडा अते संगरूर दे विच अते नवें पॉजिटिव केस ने 120 दर्ज कीते गए ने। मौतां दी गिणती पूरे सूबे दे विच 152 हो गई है ते ਜਿਹੜੇ ਪੇਸ਼ੈਂਟ ਨੇ ਜਿਹੜੇ ਮਰੀਜ਼ ਡਿਸਚਾਰਜ ਕੀਤੇ ਗਏ ਨੇ ਠੀਕ ਹੋ ਗਏ ਨੇ ਉਹਨਾਂ ਦੀ ਗਿਣਤੀ ਹੁਣ 4000 ਤੋਂ ਪਾਰ ਹੋ ਗਈ ਹੈ। 4144 ਜਿਹੜੇ ਕੁੱਲ ਪੋਜ਼ਿਟਿਵ ਮਰੀਜ਼ ਹੈਗੇ ਨੇ ਉਹਨਾਂ ਦੀ ਗਿਣਤੀ ਹੈ 5784 ਅਤੇ ਜਿਹੜੇ ਐਕਟਿਵ ਮਰੀਜ਼ ਨੇ ਉਹਨਾਂ ਦੀ ਗਿਣਤੀ 1500 ਤੱਕ ਪਹੁੰਚਣ ਵਾਲੀ ਹੈ 1488। ਜਿਹੜੇ ਕ੍ਰਿਟੀਕਲ ਮਰੀਜ਼ ਨੇ ਉਹ ਸਿਰਫ 2 ਨੇ, ਵੈਂਟੀਲੇਟਰ ਤੇ ਉੱਤੇ ਨੇ। ਆਕਸੀਜਨ ਸਪੋਰਟ ਹੈ ਜਿਹੜੀ 27 ਮਰੀਜ਼ਾਂ ਨੂੰ ਦਿੱਤੀ ਗਈ ਹੈ। 2 ਜੁਲਾਈ ਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਮਲੇ ਨੇ ਜਿਹੜੇ ਉਹ ਲੁਧਿਆਣਾ ਦੇ ਵਿੱਚ 39 ਸਾਹਮਣੇ ਆਏ ਨੇ, ਜਲੰਧਰ ਦੇ ਵਿੱਚ 6, ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ 10 ਤੋਂ ਘੱਟ ਮਾਮਲੇ ਸਾਹਮਣੇ ਆਏ ਨੇ। ਹੁਣ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੇਸ ਨੇ ਲੁਧਿਆਣਾ ਦੇ ਵਿੱਚ 325, ਦੂਜੇ ਨੰਬਰ ਤੇ ਜਲੰਧਰ 223, ਉਸ ਤੋਂ ਬਾਅਦ ਹੈ ਸੰਗਰੂਰ 180, ਫਿਰ ਪਟਿਆਲਾ 122 ਤੇ ਅੰਮ੍ਰਿਤਸਰ ਹੁਣ 5ਵੇਂ ਨੰਬਰ ਤੇ ਹੈ 144 ਕੇਸਾਂ ਦੇ ਨਾਲ। ਪੰਜਾਬ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਸਰਕਾਰ ਤੁਹਾਨੂੰ ਰਾਹਤ ਦੇਣ ਨਹੀਂ ਜਾ ਰਹੀ ਬਲਕਿ ਤੁਹਾਨੂੰ ਲੁੱਟਣ ਜਾ ਰਹੀ ਹੈ। ਪਹਿਲਾਂ ਪੈਟਰੋਲ ਡੀਜ਼ਲ ਕੇਂਦਰ ਵੱਲੋਂ ਵਧਾਇਆ ਜਾ ਰਿਹਾ ਹੈ, ਫਿਰ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਧਾਤੇ ਤੇ ਹੁਣ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੇ ਲੱਗਣ ਵਾਲੀ ਸਟੈਂਪ ਡਿਊਟੀ ਨੂੰ ਪੰਜਾਬ ਸਰਕਾਰ ਵੱਲੋਂ ਵਧਾਏ ਜਾਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਦੀ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਹੈ ਸੱਤਾ ਵਿੱਚ ਆਉਣ ਤੋਂ ਬਾਅਦ ਰਜਿਸਟਰੀਆਂ ਦੀ ਸਟੈਂਪ ਡਿਊਟੀ 9% ਤੋਂ ਘਟਾ ਕੇ 6% ਕਰ ਦਿੱਤੀ ਸੀ, ਪਰ ਆਰਥਿਕ ਮੰਦੀ ਦੇ ਚੱਲਦਿਆਂ ਹੁਣ ਪੰਜਾਬ ਸਰਕਾਰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਜਾ ਰਹੀ ਹੈ। ਮਾਲ ਵਿਭਾਗ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਰਕੇ ਸੂਬਾ ਸਰਕਾਰ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਕਰਕੇ ਸਟੈਂਪ ਡਿਊਟੀ ਨੂੰ ਵਧਾਏ ਜਾਣ ਤੇ ਵਿਚਾਰ ਚੱਲ ਰਹੀ ਹੈ। ਦੇਖੋ ਕਿੰਨੀ ਗਲਤ ਗੱਲ ਹੈ ਕਿ ਸਰਕਾਰ ਨੂੰ ਜੇ ਘਾਟਾ ਪੈ ਰਿਹਾ ਹੈ ਤਾਂ ਉਸ ਘਾਟੇ ਨੂੰ ਤੁਹਾਡੀ ਜੇਬ 'ਚੋਂ ਪੂਰਾ ਕੀਤਾ ਜਾਊਗਾ, ਤੁਹਾਡੀ ਜੇਬ ਤੇ ਡਾਕਾ ਮਾਰਿਆ ਜਾਊਗਾ। ਦੱਸੋ ਲੋਕਾਂ ਨੂੰ ਵਾਧਾ ਕਿੱਥੋਂ ਹੋ ਰਿਹਾ? ਲੋਕ ਤਾਂ ਖੁਦ ਆਰਥਿਕ ਮੰਦੀ ਨਾਲ ਜੂਝ ਰਹੇ ਨੇ। ਤਾਂ ਜੇ ਲੋਕਾਂ ਨੂੰ ਘਾਟਾ ਪੈ ਰਿਹਾ ਤਾਂ ਹੀ ਤਾਂ ਸਰਕਾਰ ਨੂੰ ਘਾਟਾ ਪੈ ਰਿਹਾ। ਜੇ ਲੋਕਾਂ ਨੂੰ ਕੋਈ ਫਾਇਦਾ ਹੋਏਗਾ ਤਾਂ ਲੋਕ ਟੈਕਸ ਦੇਣਗੇ, ਆਪਣੇ ਆਪ ਹੀ ਸਰਕਾਰ ਨੂੰ ਪੈਸਾ ਪਹੁੰਚਦਾ ਰਹਿੰਦਾ। ਹੁਣ ਜਦੋਂ ਸਰਕਾਰ ਕੋਲੇ ਪੈਸਾ ਨਹੀਂ, ਜੇ ਖਜ਼ਾਨਾ ਖਾਲੀ ਹੈ ਤਾਂ ਉਹ ਲੋਕਾਂ ਤੋਂ ਕੱਢਣਗੇ। ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ। ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਿਹੜੀ ਸਟੈਂਪ ਡਿਊਟੀ ਹੈ ਉਹਨੂੰ ਕਿੰਨੇ ਫੀਸਦੀ ਵਧਾਇਆ ਜਾਵੇਗਾ। ਦੂਸਰੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਅਹਿਮ ਐਲਾਨ ਦੇ ਨਾਲ ਜੁੜੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦਲਿਤ ਸਿੱਖ ਭਾਈਚਾਰੇ ਦੇ ਹੱਕ ਵਿੱਚ ਅਹਿਮ ਐਲਾਨ ਕੀਤਾ ਹੈ। ਦਰਅਸਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੀ ਅਗਵਾਈ ਵਿੱਚ ਸਿੱਖ ਚਿੰਤਕਾਂ ਦਾ ਬੁੱਧੀਜੀਵੀਆਂ ਦਾ ਇੱਕ ਵਫਦ ਹੈ ਜਿਹੜਾ ਉਹ 30 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸਾਹਿਬ ਨੂੰ ਮਿਲਿਆ ਸੀ। ਬੇਨਤੀ ਕੀਤੀ ਸੀ ਕਿ ਕੁਝ ਪਿੰਡਾਂ ਵਿੱਚ ਦਲਿਤ ਭਾਈਚਾਰੇ ਦੇ ਵੀਰਾਂ ਨਾਲ ਹੋ ਰਹੇ ਧੱਕੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੀ ਜਥੇਦਾਰ ਸਾਹਿਬ ਹਮਾਇਤ ਕਰਨ। ਇਸ ਵਫਦ ਦਾ ਟੀਚਾ ਇਹ ਹੈ ਕਿ ਸਿੱਖ ਧਰਮ ਵਿੱਚ ਜਾਤ ਪਾਤ ਦੇ ਹੋ ਰਹੇ ਪਸਾਰੇ ਨੂੰ ਰੋਕਿਆ ਜਾ ਸਕੇ। ਵਫਦ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਉਣ ਵਾਲੀ 20 ਅਕਤੂਬਰ 2020 ਨੂੰ ਖਾਲਸਾ ਬਰਾਦਰੀ ਦੇ ਸ਼੍ਰੀ ਦਰਬਾਰ ਸਾਹਿਬ ਵਿੱਚ ਪ੍ਰਸ਼ਾਦ ਚੜਾਏ ਜਾਣ ਦੀ 100 ਸਾਲਾ ਯਾਦ ਨੂੰ ਮਨਾਉਣ ਲਈ ਜਿਹੜਾ ਪ੍ਰੋਗਰਾਮ ਹੋ ਰਿਹਾ ਉਸ ਵਿੱਚ ਜਥੇਦਾਰ ਸਾਹਿਬ ਸ਼ਿਰਕਤ ਕਰਨ। ਜਥੇਦਾਰ ਸਾਹਿਬ ਇਸ ਸੁਝਾਅ ਦੇ ਨਾਲ ਵੀ ਸਹਿਮਤ ਹੋਏ ਨੇ। ਜਾਤ ਪਾਤ ਵਿਰੋਧੀ ਲਹਿਰ ਨੂੰ ਹਮਾਇਤ ਦੇਣ ਦੀ ਪ੍ਰਵਾਨਗੀ ਵੀ ਦਿੱਤੀ ਹੈ ਤੇ ਜਿਹੜਾ ਸਮਾਗਮ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵੀ ਉਹਨਾਂ ਨੇ ਸਹਿਮਤੀ ਜਤਾਈ ਹੈ। ਸਿੱਖ ਬੁੱਧੀਜੀਵੀਆਂ ਨੇ ਜਥੇਦਾਰ ਸਾਹਿਬ ਨਾਲ ਕਰੀਬ 2 ਘੰਟੇ ਲੰਬੀ ਚਰਚਾ ਕੀਤੀ ਤੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਕਿ ਸਾਨੂੰ ਇਸ ਕਰਕੇ ਸਿੱਖਾਂ ਵਿੱਚ ਫੈਲੀ ਜਾਤ ਪਾਤ ਬਾਰੇ ਨਰਮ ਰੁਖ ਨਹੀਂ ਅਪਣਾਉਣਾ ਚਾਹੀਦਾ ਕਿ ਹਿੰਦੂ ਸਮਾਜ ਦੇ ਮੁਕਾਬਲੇ ਇਹ ਬਹੁਤ ਘੱਟ ਹੈ। ਘੱਟ ਨਹੀਂ, ਇਹ ਹੋਣੀ
ਹੋਣੀ ਹੀ ਨਹੀਂ ਚਾਹੀਦੀ। ਜਾਤ ਪਾਤ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ। ਇਸ ਤੇ ਸਖਤ ਰੁਖ ਹੈ ਜਿਹੜਾ ਉਹ ਅਪਣਾਇਆ ਜਾਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇਸ ਨੂੰ ਪ੍ਰਵਾਨ ਕੀਤਾ। ਜਥੇਦਾਰ ਸਾਹਿਬ ਵਫਦ ਦੇ ਸੁਝਾਅ ਨਾਲ ਵੀ ਸਹਿਮਤ ਹੋਏ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਵਾਲੇ 400 ਸਾਲਾ ਸ਼ਤਾਬਦੀ ਪੁਰਬ ਨੂੰ ਰੰਗਰੇਟੇ ਗੁਰੂ ਕੇ ਬੇਟੇ ਅਤੇ ਸਿੱਖਾਂ ਵਿੱਚ ਜਾਤ ਪਾਤ ਨੂੰ ਖਤਮ ਕਰਨ ਦੀ ਇੱਕ ਮੁਹਿੰਮ ਦੇ ਵਜੋਂ ਮਨਾਇਆ ਜਾਵੇ। ਅਗਲੀ ਖਬਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੇ ਨਾਲ ਜੁੜੀ ਹੋਈ ਹੈ, ਜਿਹੜੇ ਕਿ ਬਹੁਤ ਹੀ ਸਰਕਾਰ ਪੱਖੀ ਮੰਨੇ ਜਾਂਦੇ ਨੇ। ਮੌਜੂਦਾ ਸਰਕਾਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਸ ਦੀ ਖੁੱਲੇ ਤੌਰ ਤੇ ਹਮਾਇਤ ਕਰਦੇ ਨੇ। ਅਨੁਪਮ ਖੇਰ ਨੇ ਇੱਕ ਵਿਵਾਦਿਤ ਟਵੀਟ ਕੀਤਾ ਤੇ ਇਸ ਟਵੀਟ ਦੇ ਨਾਲ ਉਹਨਾਂ ਨੇ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਟੈਗ ਕੀਤਾ ਸੀ, ਯਾਨੀ ਕਿ ਸੰਬਿਤ ਪਾਤਰਾ ਬਾਰੇ ਕਿਹਾ ਸੀ 1.25 ਲੱਖ ਸੇ ਇੱਕ ਬਿੜਾ ਨੂੰ। ਸੰਬਿਤ ਪਾਤਰਾ ਨੇ ਇੱਕ ਟੀਵੀ ਚੈਨਲ ਦੇ ਨਾਲ ਡਿਸਕਸ਼ਨ ਕੀਤੀ ਸੀ। ਉਸ ਦੇ ਵਿੱਚ ਪੱਤਰਕਾਰ ਨੂੰ ਉਹਨਾਂ ਨੇ ਕਾਫੀ ਜਿਹੜਾ ਹੈ ਦਬਾਅ ਵਾਲੇ ਸ਼ਬਦ ਨੇ ਜਿਹੜੇ ਵਰਤੇ ਸੀਗੇ, ਉਸ ਕਰਕੇ ਅਨੁਪਮ ਖੇਰ ਨੇ ਉਸ ਨੂੰ ਅਪਲੋਡ ਕੀਤਾ ਸੀਗਾ। ਸੋ ਜਦੋਂ ਇਹ ਟਵੀਟ ਸਾਹਮਣੇ ਆਇਆ ਤਾਂ ਇਸ ਦੀ ਬਹੁਤ ਨਿੰਦਾ ਹੋਣ ਲੱਗੀ। ਸਿੱਖ ਭਾਈਚਾਰੇ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਯੂਥ ਕਾਂਗਰਸ ਵੱਲੋਂ ਅਨੁਪਮ ਖੇਰ ਦਾ ਭਾਰੀ ਵਿਰੋਧ ਕੀਤਾ ਗਿਆ। ਰਵਨੀਤ ਬਿੱਟੂ ਜਿਹੜੇ MP ਨੇ ਉਹਨਾਂ ਨੇ ਵੀ ਇਸ ਬਾਰੇ ਲਿਖਿਆ ਕਿ ਤੁਹਾਡੀ ਹਿੰਮਤ ਕਿਵੇਂ ਹੋ ਸਕਦੀ ਹੈ ਅਨੁਪਮ ਖੇਰ ਇਸ ਤਰ੍ਹਾਂ ਕਹਿਣ ਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਖਾਸ ਤੌਰ ਤੇ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਦੱਸਿਆ ਜਾਂਦਾ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਚਿੜੀਆਂ ਸੇ ਮੈਂ ਬਾਜ ਤੁੜਾऊं ਤਬੈ ਗੋਬਿੰਦ ਸਿੰਘ ਨਾਮ ਕਹਾऊं 1.25 ਲੱਖ ਸੇ ਇੱਕ ਲੜਾऊं। ਬਿੱਟੂ ਨੇ ਕਿਹਾ ਕਿ ਇਹ ਸਿੱਖ ਧਰਮ ਦੇ ਮਜ਼ਬੂਤ ਸਿਧਾਂਤਾਂ ਨੂੰ ਪਤਲਾ ਕਰਨ ਲਈ ਵਰਤੀ ਗਈ RSS ਦੀ ਬੋਲੀ ਹੈ ਤੇ ਚੰਡੀਗੜ੍ਹ ਦੇ ਵਿੱਚ ਵਿਰੋਧ ਹੋਇਆ। ਸੋਸ਼ਲ ਮੀਡੀਆ ਤੇ ਕਾਫੀ ਵਿਰੋਧ ਹੋਇਆ, ਭਾਵੇਂ ਕਿ ਅਨੁਪਮ ਖੇਰ ਨੇ ਉਸ ਤੋਂ ਬਾਅਦ ਆਪਣੀ ਗਲਤੀ ਕਬੂਲ ਕਰ ਲਈ ਹੈ। ਟਵੀਟ ਕੀਤਾ ਫਿਰ ਦੁਬਾਰਾ ਕਿ ਮੈਂ ਪਿਛਲੇ ਟਵੀਟ ਵਿੱਚ ਗਲਤ ਲਿਖਿਆ ਸੀ, ਉਸ ਦੇ ਲਈ ਮਾਫੀ ਮੰਗਦਾ। ਹਾਲਾਂਕਿ ਟਵੀਟ ਹਟਾਇਆ ਨਹੀਂ ਅਨੁਪਮ ਖੇਰ ਨੇ। ਜੇ ਗਲਤੀ ਹੋਈ ਹੈ ਤਾਂ ਉਸ ਟਵੀਟ ਨੂੰ ਹਟਾਉਣਾ ਚਾਹੀਦਾ ਸੀ, ਕਿਉਂਕਿ ਉਹ ਟਵੀਟ ਲਗਾਤਾਰ ਲਾਈਕ ਹੋ ਰਿਹਾ ਹੈ, ਸ਼ੇਅਰ ਹੋ ਰਿਹਾ ਹੈ। ਉਸ ਟਵੀਟ ਨੂੰ ਹਟਾਇਆ ਜਾਣਾ ਚਾਹੀਦਾ ਸੀ, ਤਾਂ ਹੀ ਮਾਫੀ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਬਣ ਸਕਦੀ ਸੀ। ਪਰ ਸਵਾਲ ਉੱਠਦਾ ਹੈ ਕਿ ਪੰਜਾਬ ਨਾਲ ਸੰਬੰਧਿਤ ਹੋਣ ਕਰਕੇ ਸਿੱਖ ਧਰਮ ਤੋਂ ਚੰਗੀ ਤਰ੍ਹਾਂ ਜਾਣੂ ਨੇ ਉਹਨਾਂ ਦੀ ਪਤਨੀ ਕਿਰਨ ਖੇਰ ਹੈ। ਇਸ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਨਾਲ ਸੰਬੰਧਿਤ ਤੁਕਾਂ ਬਾਰੇ ਗਲਤ ਲਿਖਣਾ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਉਣਾ ਮੰਨਿਆ ਗਿਆ। ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਵਿੱਚ ਵਾਪਸੀ ਹੋ ਸਕਦੀ ਹੈ। ਪੰਜਾਬ ਕੈਬਨਿਟ ਦੇ ਵਿੱਚ ਕੈਪਟਨ ਸਾਹਿਬ ਕਹਿੰਦੇ ਸਿੱਧੂ ਨੂੰ ਕੈਬਨਿਟ ਦੇ ਵਿੱਚ ਲੈਣ ਲਈ ਤਿਆਰ ਨੇ। ਸੂਤਰਾਂ ਦੇ ਮੁਤਾਬਿਕ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ ਕੈਪਟਨ ਨੇ ਕੁਝ ਸਮਾਂ ਪਹਿਲਾਂ ਵੀ ਸਪਸ਼ਟ ਕੀਤਾ ਸੀ ਕਿ ਸਿੱਧੂ ਦੀ ਪਾਰਟੀ ਵਿੱਚ ਜ਼ਿੰਮੇਵਾਰੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਹੀ ਤੈਅ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਨੂੰ ਬਿਜਲੀ ਮਹਿਕਮਾ ਸੌਂਪਿਆ ਜਾ ਸਕਦਾ ਹੈ। ਹਾਲਾਂਕਿ ਪਹਿਲਾਂ ਜਦੋਂ ਸੌਂਪਿਆ ਜਾਣਾ ਸੀ ਉਦੋਂ ਸਿੱਧੂ ਨੇ ਨਾ ਕਰ ਦਿੱਤੀ ਸੀ। ਅਗਲੀ ਖਬਰ ਪੰਜਾਬ ਦੇ ਸਾਬਕਾ ਵਿਵਾਦਿਤ DGP ਸੁਮੇਧ ਸੈਣੀ ਦੇ ਨਾਲ ਜੁੜੀ ਹੋਈ ਹੈ। 29 ਸਾਲ ਪੁਰਾਣੇ ਮਾਮਲੇ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦਾ ਤੇ ਉਸ ਤੋਂ ਬਾਅਦ ਲਾਪਤਾ ਕਰਨ ਦਾ, ਕਤਲ ਕਰਨ ਦਾ ਮਾਮਲਾ ਇਸ ਦੇ ਵਿੱਚ ਕੜਿੱਕੀ ਵਿੱਚ ਫਸੇ ਹੋਏ ਨੇ। ਸੁਮੇਧ ਸੈਣੀ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ, ਅਪਰਾਧਿਕ ਕੇਸ ਦਰਜ ਹੋਇਆ ਤੇ ਹੁਣ ਕੇਸ ਦੂਸਰੀ ਅਦਾਲਤ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਮੋਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ RS ਰਾਏ ਨੇ ਪੰਜਾਬ ਸਰਕਾਰ ਦੀ ਦਲੀਲ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਜਿਹੜਾ ਕੇਸ ਹੈ ਸੁਮੇਧ ਸੈਣੀ ਦਾ ਉਹ ਦੂਸਰੀ ਅਦਾਲਤ ਵਿੱਚ ਕਿਸੇ ਹੋਰ ਅਦਾਲਤ ਦੇ ਵਿੱਚ ਬਦਲ ਦਿੱਤਾ ਹੈ। ਔਰ ਕੇਸ ਬਦਲਣ ਦੀ ਜਿਹੜੀ ਅਪੀਲ ਸੀ ਉਹ ਬਲਵੰਤ ਸਿੰਘ ਮੁਲਤਾਨੀ ਯਾਨੀ ਕਿ ਜਿਹੜੀ ਪੀੜਤ ਧਿਰ ਹੈ ਉਸ ਦੇ ਵੱਲੋਂ ਪਾਈ ਗਈ ਸੀ, ਕਿਉਂਕਿ ਉਹਨਾਂ ਨੂੰ ਮੋਹਾਲੀ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਉਸ ਤੇ ਨਿਆਂ ਪ੍ਰਬੰਧ ਤੇ ਜਾਂ ਕਹਿ ਲਈ ਕਿ ਜੱਜਾਂ ਦੇ ਉੱਤੇ ਯਕੀਨ ਨਹੀਂ ਸੀ। ਮੋਗਾ ਤੋਂ ਖਬਰ ਹੈ ਜਿੱਥੇ ਬਾਗਾ ਪੁਰਾਣਾ ਵਿੱਚ ਕੋਟਕਪੂਰਾ ਰੋਡ ਤੇ ਹੋਏ ਧਮਾਕੇ ਬਾਰੇ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਵਿਸਫੋਟਕ ਹੈ ਜਿਹੜਾ ਉਹ ਕੋਰੀਅਰ ਦੇ ਨਾਲ ਨਹੀਂ ਹੋਇਆ, ਬਲਕਿ ਦੁਕਾਨ ਦੇ ਬਾਹਰ ਰੱਖੀ ਨਾਲੀ ਉੱਤੇ ਰੱਖੀ ਸਲੈਬ ਹੇਠੋਂ ਕਿਸੇ ਚੀਜ਼ ਨਾਲ ਹੋਇਆ ਸੀ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਦੇ ਲੰਬੀ ਥਾਣੇ ਵਿੱਚ ਮਾਲਖਾਨੇ ਦੇ ਵਿੱਚ ਅੱਗ ਲੱਗ ਗਈ, ਜਿਸ ਦੇ ਨਾਲ ਮਾਲਖਾਨੇ ਵਿੱਚ ਖੜੇ ਕਰੀਬ 50 ਤੋਂ 60 ਮੋਟਰਸਾਈਕਲ ਤੇ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਤੇ ਜਿੰਨੇ ਵਾਹਨ ਸੜੇ ਨੇ ਉਹਨਾਂ ਦੀ ਕੀਮਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ ਤੇ ਸਾਰੇ ਵਾਹਨ ਨੇ ਜਿਹੜੇ ਉਹ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਥਾਣੇ ਦੇ ਵਿੱਚ ਖੜੇ ਹੋਏ ਸੀ। ਮੋਗਾ ਤੋਂ ਖਬਰ ਹੈ ਜਿੱਥੇ ਦਿੱਲੀ ਹਾਰਟ ਇੰਸਟੀਚਿਊਟ ਅਤੇ ਸੁਪਰ ਸਪੈਸ਼ਲਿਟੀ ਦੇ ਵਿੱਚ ਮਰੀਜ਼ ਦੀ ਮੌਤ ਤੋਂ ਨਾਰਾਜ਼ ਵਾਰਸਾਂ ਨੇ ਹਸਪਤਾਲ ਦੇ ਵਿੱਚ ਪ੍ਰਦਰਸ਼ਨ ਕੀਤਾ। ਮ੍ਰਿਤਕ ਪਲਵਿੰਦਰ ਸਿੰਘ 43 ਸਾਲ ਦਾ ਸੀ, ਪਿੰਡ ਕੋਰੇਵਾਲਾ ਖੁਰਦ ਦਾ ਰਹਿਣ ਵਾਲਾ ਸੀ, ਮੋਗਾ 'ਚ ਪੱਲੇਦਾਰੀ ਦਾ ਕੰਮ ਕਰਦਾ ਸੀ। ਕਹਿੰਦੇ ਨੇ ਕਿ ਤੁਰ ਕੇ ਇਹ ਹਸਪਤਾਲ ਦੇ ਵਿੱਚ ਗਿਆ ਸੀ, ਠੀਕ ਠਾਕ ਗੱਲਾਂ ਕਰ ਰਿਹਾ ਸੀ, ਪਰ ਇਸ ਦੀ ਲਾਸ਼ ਬਾਹਰ ਆਈ ਹੈਗੀ ਹੈ। ਮ੍ਰਿਤਕ ਦੇ ਵਾਰਸਾਂ ਨੇ ਡਾਕਟਰ ਦੀ ਅਣਗਹਿਲੀ ਕਾਰਨ ਮਰੀਜ਼ ਦੀ ਹੋਈ ਮੌਤ ਦਾ ਦੋਸ਼ ਲਾਇਆ ਹੈਗਾ। ਕਹਿੰਦੇ ਨੇ ਕਿ ਡਾਕਟਰ ਦੀ ਮੌਜੂਦਗੀ ਵਿੱਚ ਨਰਸਿੰਗ ਸਟਾਫ ਵੱਲੋਂ ਟੀਕਾ ਲਾਉਣ ਤੋਂ ਬਾਅਦ ਮਰੀਜ਼ ਦੀ ਮੌਤ ਹੋਈ ਹੈ। ਵਾਰਸ ਨੇ ਜਿਹੜੇ ਵੱਡੀ ਗਿਣਤੀ ਵਿੱਚ ਪਹੁੰਚੇ ਉਹਨਾਂ ਨੇ ਪ੍ਰਦਰਸ਼ਨ ਕੀਤਾ। ਹਾਲਾਂਕਿ ਹਸਪਤਾਲ ਪ੍ਰਬੰਧਕ ਨੇ ਜਿਹੜੇ ਉਹਨਾਂ ਨੇ ਕਿਸੇ ਵੀ ਅਣਗਹਿਲੀ ਦੇ ਦੋਸ਼ਾਂ ਨੂੰ ਨਕਾਰਦਿਆਂ ਸਫਾਈ ਦਿੱਤੀ ਕਿ ਮਰੀਜ਼ ਦੀ ਸ਼ੂਗਰ ਘਟ ਗਈ ਸੀ, ਉਸ ਨੂੰ ਡ੍ਰਿਪ ਰਾਹੀਂ ਦਵਾਈ ਦੇਣ ਲਈ ਬਾਂਹ ਤੇ ਸੂਈ ਲਾਈ ਜਾ ਰਹੀ ਸੀ, ਇਸੇ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਸੋ ਇਹ ਅਣਗਹਿਲੀ ਨਹੀਂ ਹੈਗੀ ਤਾਂ ਹੋਰ ਕੀ ਹੈ, ਇਹ ਹੈ ਜਿਹੜਾ ਸਿਹਤ
ਕਰਮੀਆਂ ਤੇ ਵੀ ਸਵਾਲ ਉੱਠਦੇ ਨੇ, ਕਈ ਵਾਰੀ ਜਿਹੜੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਤੇ ਅਕਸਰ ਹੀ ਸਵਾਲ ਉੱਠਦੇ ਰਹਿੰਦੇ ਨੇ। ਹਰ ਵਿਭਾਗ ਦੇ ਵਿੱਚ ਚੰਗੇ ਮਾੜੇ ਨੇ ਜਿਹੜੇ ਉਹ ਮਿਲ ਹੀ ਜਾਂਦੇ ਨੇ। ਪੰਜਾਬ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਹੁਣ ਕਿ ਰੋਸ ਪ੍ਰਦਰਸ਼ਨ ਹੋ ਰਹੇ ਨੇ। ਇਹੋ ਜਿਹੀਆਂ ਖਬਰਾਂ ਹੁਣ ਸਾਨੂੰ ਰੋਜ਼ ਸੁਣਨ ਨੂੰ ਮਿਲਣਗੀਆਂ ਕਿਉਂਕਿ ਲੋਕ ਦੁਖੀ ਨੇ, ਲੋਕ ਪਰੇਸ਼ਾਨ ਨੇ। ਸਰਕਾਰ ਉਹਨਾਂ ਦੀ ਹੈਲਪ ਨਹੀਂ ਕਰ ਪਾ ਰਹੀ, ਸਰਕਾਰ ਹਰ ਲੋੜਵੰਦ ਦੀ ਮਦਦ ਨਹੀਂ ਕਰ ਪਾ ਰਹੀ। ਸਰਕਾਰ ਨੇ ਇੱਦਾਂ ਆਪਣੇ ਆਪ ਨੂੰ ਪਰੇ ਕਰ ਲਿਆ ਹੈਗਾ ਲੋਕਾਂ ਤੋਂ, ਜਿਵੇਂ ਲੋਕਾਂ ਨੂੰ ਖੁੱਲ੍ਹਾ ਹੀ ਛੱਡਤਾ ਹੈ ਕਿ ਤੁਸੀਂ ਲੜੋ ਮਰੋ ਜੋ ਮਰਜ਼ੀ ਕਰੋ, ਅਸੀਂ ਤੁਹਾਨੂੰ ਕੁਛ ਨਹੀਂ ਦੇਣਾ ਹੈਗਾ। ਬੇਰੁਜ਼ਗਾਰ ਹੈਲਥ ਵਰਕਰਾਂ ਨੇ ਸਿਹਤ ਮੰਤਰੀ ਦੇ ਪੁਤਲੇ ਫੂਕਣੇ ਸ਼ੁਰੂ ਕੀਤੇ ਹੋਏ ਨੇ। ਪੰਜਾਬ ਦੇ ਵਿੱਚ ਬੇਰੁਜ਼ਗਾਰ ਮਲਟੀਪਰਪਸ ਹੈਲਥ ਵਰਕਰਸ ਯੂਨੀਅਨ ਮੇਲ ਤੇ ਫੀਮੇਲ ਨੇ ਸਰਕਾਰ ਵੱਲੋਂ ਕੱਢੀਆਂ ਮਾਮੂਲੀ ਪੋਸਟਾਂ ਅਤੇ ਉਮਰ ਵਿੱਚ ਛੋਟ ਨਾ ਦੇਣ ਦੇ ਰੋਸ ਦੇ ਵਿੱਚ ਅਰਥੀ ਫੂਕ ਮੁਜ਼ਾਹਰੇ ਨੇ ਜਿਹੜੇ ਉਹ ਥਾਂ-ਥਾਂ ਤੇ ਕੀਤੇ ਨੇ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ। ਬਹੁਤ ਥਾਵਾਂ ਤੇ ਬੇਰੁਜ਼ਗਾਰ ਜਿਹੜੇ ਹੈਲਥ ਵਰਕਰ ਨੇ ਉਹ ਮੰਗ ਕਰਦੇ ਆ ਰਹੇ ਨੇ ਕਿ ਵਿਭਾਗ ਦੇ ਵਿੱਚ ਜਿਹੜੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਉਹਨਾਂ ਉੱਤੇ ਉਮਰ ਹੱਦ ਦੀ ਛੋਟ ਦੇ ਕੇ ਭਰਤੀ ਕੀਤੀ ਜਾਵੇ, ਕਿਉਂਕਿ ਕੰਟਰੈਕਟ ਦੇ ਵੀ ਜਿੰਨੇ ਭਰਤੀ ਕੀਤੇ ਨੇ ਉਹ ਪਿਛਲੇ ਕਿੰਨੇ ਸਾਲਾਂ ਤੋਂ ਭਰਤੀ ਕੀਤੇ ਹੋਏ ਨੇ ਤੇ ਹੁਣ ਸਰਕਾਰ ਨੇ ਹੈਲਥ ਵਰਕਰ ਮੇਲ ਦੀਆਂ 200 ਤੇ ਫੀਮੇਲ ਦੀਆਂ ਮਹਿਜ਼ 600 ਅਸਾਮੀਆਂ ਦੀ ਬਿਨਾਂ ਉਮਰ ਹੱਦ ਛੋਟ ਦਿੱਤੇ ਮਨਜ਼ੂਰੀ ਦਿੱਤੀ ਹੈ, ਜਦਕਿ ਪੂਰੇ ਪੰਜਾਬ ਦੇ ਵਿੱਚ 4000 ਵਰਕਰ ਮੇਲ ਅਤੇ 10000 ਵਰਕਰ ਫੀਮੇਲ ਨੇ ਜਿਹੜੇ ਉਹ ਕੋਰਸ ਪਾਸ ਕਰਕੇ ਬੇਰੁਜ਼ਗਾਰ ਹੀ ਘੁੰਮ ਰਹੇ ਨੇ। ਪੰਜਾਬ ਦੇ ਵਿੱਚ ਰੂਰਲ ਫਾਰਮਾਸਿਸਟ ਵੀ ਲਗਾਤਾਰ ਹੜਤਾਲ ਕਰ ਰਹੇ ਨੇ। ਸੂਬਾਈ ਹੜਤਾਲ ਉਹਨਾਂ ਦੀ ਅੱਜ 14ਵੇਂ ਦਿਨ ਦੇ ਵਿੱਚ ਪਹੁੰਚ ਗਈ ਹੈ। 14 ਸਾਲ ਤੋਂ ਠੇਕੇ ਤੇ ਨਿਗੂਣੀਆਂ ਤਨਖਾਹਾਂ ਨਾਲ ਸਾਰ ਰਹੇ ਨੇ ਇਹ ਪੂਰੇ ਪੰਜਾਬ ਦੇ ਵਿੱਚ 1186 ਰੂਰਲ ਫਾਰਮਾਸਿਸਟ। ਇਹਨਾਂ ਨੇ ਕਰੋਨਾ ਐਮਰਜੈਂਸੀ ਡਿਊਟੀਆਂ ਦਾ ਬਾਈਕਾਟ ਕਰਕੇ ਸੂਬੇ ਭਰ ਵਿੱਚ ਧਰਨੇ ਮੁਜ਼ਾਹਰੇ ਸ਼ੁਰੂ ਕੀਤੇ ਨੇ। ਜਥੇਬੰਦੀ ਨੇ 4 ਜੁਲਾਈ ਨੂੰ ਪੰਜਾਬ ਨੂੰ 3 ਜ਼ੋਨਾਂ ਵਿੱਚ ਵੰਡ ਕੇ ਧਰਨੇ ਮੁਜ਼ਾਹਰੇ ਕਰਨ ਦਾ ਫੈਸਲਾ ਲਿਆ ਹੈਗਾ। ਇਸ ਦੌਰਾਨ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਸਮੇਤ ਪੰਚਾਇਤ ਮੰਤਰੀ ਤੇ ਵਿੱਤ ਮੰਤਰੀ ਦੇ ਹਲਕਿਆਂ ਵਿੱਚ ਧਰਨੇ ਮੁਜ਼ਾਹਰੇ ਤੇ ਪ੍ਰਦਰਸ਼ਨ ਕੀਤੇ ਜਾਣਗੇ। ਹੁਣ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋਏ, ਰੋਸ ਵਿਖਾਵੇ ਹੋਏ। ਅੰਮ੍ਰਿਤਸਰ, ਤਰਨਤਾਰਨ, ਗੜਸ਼ੰਕਰ ਤੇ ਫਗਵਾੜਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ਤੇ ਖਾਲੀ ਸਿਲੰਡਰ ਚੁੱਕੇ ਹੋਏ ਸੀ। ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪਿਛਲੇ ਕੁਝ ਦਿਨਾਂ ਦੌਰਾਨ ਪੈਟਰੋਲੀਅਮ ਵਸਤੂਆਂ ਦਾ ਮੁੱਲ 20 ਰੁਪਏ ਲੀਟਰ ਤੱਕ ਵੱਧ ਗਿਆ, ਜੋ ਕਿ ਆਮ ਲੋਕਾਂ ਦੀ ਜੇਬ ਤੇ ਵਾਧੂ ਬੋਝ ਹੈ। ਇਹ ਆਪਾਂ ਨੂੰ ਸਭ ਨੂੰ ਪਤਾ ਹੈ ਤੇ ਸਭ ਨੂੰ ਇਸ ਦਾ ਵਿਰੋਧ ਹੈ ਜਿਹੜਾ ਉਹ ਕਰਨਾ ਚਾਹੀਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਅਧਿਆਪਕ ਸੰਘ ਹੈ ਪੂਟਾ ਹੈ, ਉਸ ਦੇ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਮਹੀਨੇ ਤੋਂ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਰਜਿਸਟਰਾਰ ਦੇ ਨਾਮ ਚਿੱਠੀ ਲਿਖੀ ਹੈ। ਹੁਣ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ 4 ਮਹੀਨੇ ਦੀਆਂ GPF ਕਟੌਤੀਆਂ ਉਹਨਾਂ ਦੇ ਖਾਤਿਆਂ ਵਿੱਚ 10 ਦਿਨਾਂ ਦੇ ਅੰਦਰ ਪਾਈਆਂ ਜਾਣ। ਇਸ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ। ਪੈਨਸ਼ਨਰਜ਼ ਨੂੰ ਪੈਨਸ਼ਨ ਦਿੱਤੀ ਜਾਵੇ ਤੇ ਹੋਰ ਵੀ ਜਿਹੜੀਆਂ ਮੰਗਾਂ ਲਟਕੀਆਂ ਹੋਈਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਜੇ ਅਜਿਹਾ ਨਾ ਕੀਤਾ ਤਾਂ ਜਥੇਬੰਦੀ ਜਿਹੜੀ ਪੂਟਾ ਹੈਗੀ ਉਹ ਕਾਨੂੰਨ ਦਾ ਸਹਾਰਾ ਲਵੇਗੀ। ਹੁਣ ਗੱਲ ਕਰ ਲਈਏ ਨਿੱਜੀ ਸਕੂਲਾਂ ਦੇ ਵਿੱਚ ਜਿਹੜੀ ਪੂਰੀ ਫੀਸ ਲੈਣ ਦਾ ਮਾਮਲਾ ਹੈ, ਉਸ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਪ੍ਰਦਰਸ਼ਨ ਕਰ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਬੱਚਿਆਂ ਦੇ ਮਾਪੇ ਪ੍ਰਦਰਸ਼ਨ ਕਰ ਰਹੇ ਸੀ। ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਵੀ ਪਹੁੰਚੇ ਅਤੇ ਇਸ ਫੈਸਲੇ ਨੂੰ ਸਰਕਾਰ ਦਾ ਦੋਗਲਾ ਕਿਰਦਾਰ ਦੱਸਿਆ। ਅਦਾਲਤ ਨੇ ਫੈਸਲਾ ਕੀਤਾ ਹੈ, ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੇ ਸਰਕਾਰ ਇਸ ਕੇਸ ਦੀ ਚੰਗੇ ਤਰੀਕੇ ਨਾਲ ਪੈਰਵਾਈ ਕਰਦੀ ਤਾਂ ਹਾਈ ਕੋਰਟ ਦੇ ਵਿੱਚ ਜਿਹੜਾ ਵਿਦਿਆਰਥੀਆਂ ਦਾ ਪੱਖ ਵੀ ਪੇਸ਼ ਕੀਤਾ ਜਾਂਦਾ। ਮਾਪਿਆਂ ਨੇ ਵੀ ਕਿਹਾ ਕਿ ਜਦੋਂ ਤੱਕ ਸਕੂਲ ਨਹੀਂ ਖੁੱਲਣਗੇ ਅਸੀਂ ਫੀਸਾਂ ਨਹੀਂ ਦੇਵਾਂਗੇ। ਤੇ ਪ੍ਰਾਈਵੇਟ ਸਕੂਲਾਂ ਦੇ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਤੈਅ ਕਰਨ ਲਈ ਹਾਈ ਕੋਰਟ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਪਿਛਲੇ 3 ਸਾਲਾਂ ਤੋਂ ਅਦਾਲਤ ਵਿੱਚ ਹੀ ਲਟਕੀ ਪਈ ਹੈ। ਇੱਥੋਂ ਤੱਕ ਕਿ ਸਕੂਲਾਂ ਦੇ ਵੱਲੋਂ ਲਏ ਜਾਂਦੇ ਐਮਰਜੈਂਸੀ ਫੰਡ ਦਾ ਵੀ ਪਿਛਲੇ 4 ਸਾਲਾਂ ਤੋਂ ਇਸਤੇਮਾਲ ਨਹੀਂ ਕੀਤਾ ਗਿਆ। ਪਿਛਲੇ 4 ਸਾਲ ਤੋਂ ਐਮਰਜੈਂਸੀ ਫੰਡ ਦੇ ਨਾਂ ਤੇ ਪ੍ਰਾਈਵੇਟ ਸਕੂਲ ਫੀਸ ਵਸੂਲ ਰਹੇ ਨੇ ਤੇ ਹੁਣ ਜਦੋਂ ਮੌਕਾ ਆਇਆ ਤਾਂ ਸਕੂਲਾਂ ਵੱਲੋਂ ਇਸ ਦੀ ਵਰਤੋਂ ਹੀ ਨਹੀਂ ਕੀਤੀ ਗਈ। ਤੇ ਵੱਡੀ ਗੱਲ ਇਹ ਹੈ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ। ਫੀਸ ਨਿਰਧਾਰਤ ਕਰਨ ਲਈ ਕਮੇਟੀ ਨੇ 5500 ਪੰਨਿਆਂ ਦੀ ਰਿਪੋਰਟ ਦਾ ਸਾਰ ਪੰਜਾਬ ਸਿੱਖਿਆ ਵਿਭਾਗ ਨੂੰ ਸੌਂਪਿਆ ਸੀ, ਪਰ ਸਿੱਖਿਆ ਵਿਭਾਗ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸਿੱਖਿਆ ਮੰਤਰੀ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ। ਤੇ ਜਿਹੜਾ ਐਮਰਜੈਂਸੀ ਫੰਡ ਲਿਆ ਜਾਂਦਾ ਹੈ ਉਹ ਐਮਰਜੈਂਸੀ ਦੇ ਵੇਲੇ ਜਦੋਂ ਪ੍ਰਾਈਵੇਟ ਸਕੂਲ ਨਹੀਂ ਵਰਤਣਗੇ ਤਾਂ ਕਦੋਂ ਵਰਤਣਗੇ, ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਪੰਜਾਬ ਦੀਆਂ ਖਬਰਾਂ 'ਚ ਜਾਂਦੇ ਤੁਹਾਨੂੰ ਦੱਸ ਦਈਏ, ਹੁਣੇ ਖਬਰ ਆਈ ਹੈ ਕਿ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ ਰਿਕਵਰੀ ਰੇਟ ਹੈ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਹੋਣ ਦਾ, 82% ਹੈ। ਭਾਰਤ ਸਰਕਾਰ ਦੇ ਵੱਲੋਂ ਇੱਕ ਰਿਪੋਰਟ ਹੈ ਜਿਹੜੀ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਹੈ, ਜਿਹਦੇ ਵਿੱਚ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਰਿਕਵਰੀ ਰੇਟ ਹੈ, ਠੀਕ ਹੋਣ ਦਾ ਜਿਹੜਾ ਰੇਟ ਹੈ ਉਹ ਤਕਰੀਬਨ 60% ਹੈ ਤੇ ਚੰਡੀਗੜ੍ਹ ਦੇ ਵਿੱਚ ਰਿਕਵਰੀ ਰੇਟ 82% ਹੈ। ਚੰਡੀਗੜ੍ਹ ਇਸ ਮਾਮਲੇ ਵਿੱਚ ਸਭ ਤੋਂ ਉੱਤੇ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦਾ ਨਾਂ ਹੀ ਇਸ ਸੂਚੀ ਦੇ ਵਿੱਚ ਦਰਜ ਨਹੀਂ ਹੈ। ਪੰਜਾਬ ਸਰਕਾਰ ਦੇ 1 ਜੁਲਾਈ ਤੱਕ ਦੇ ਅੰਕੜੇ ਜੇ ਦੇਖ ਲਈਏ ਤਾਂ ਸੂਬੇ ਵਿੱਚ ਰਿਕਵਰੀ ਰੇਟ 70% ਹੈ, ਜੋ ਕਿ ਨੈਸ਼ਨਲ ਐਵਰੇਜ ਤੋਂ ਯਾਨੀ ਕਿ ਪੂਰੇ ਭਾਰਤ ਤੋਂ ਜ਼ਿਆਦਾ ਹੈਗਾ ਪੰਜਾਬ ਦੇ ਵਿੱਚ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਪ੍ਰਾਈਮ ਟਾਈਮ ਦੇ ਵਿੱਚ ਮਿਲਾਂਗੇ। ਧੰਨਵਾਦ।